गुड मॉर्निंग स्टूडेंट्स, मैं ਤੁਹਾਡੀ ਟੀਚਰ ਪ੍ਰਮੋਦ ਬਾਲਾ। ਅੱਜ ਆਪਣਾ ਸਾਇੰਸ ਦਾ ਟੌਪਿਕ ਚੱਲ ਰਿਹਾ ਸੀ ਸੰਸਲਿਸ਼ਟ ਰੇਸ਼ੇ, ਉਸ ਨੂੰ ਹੀ ਡਿਸਕਸ ਕਰ ਰਹੇ ਹਾਂ। ਆਪਾਂ ਕੁਐਸਚਨ 10 ਤੱਕ ਪਹਿਲਾਂ ਕਰ ਚੁੱਕੇ ਸੀ। ਹੁਣ ਆਪਾਂ 11ਵਾਂ ਕੁਐਸਚਨ ਕਰਾਂਗੇ ਕਿ ਦੰਦ ਸਾਫ਼ ਕਰਨ ਵਾਲੇ ਬੁਰਸ਼ ਦੇ ਨਾਲ ਅਤੇ ਹੱਥਾਂ ਇੱਕ ਹੀ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ। ਨਹੀਂ, ਸਾਨੂੰ ਪਤਾ ਹੈ ਜਿਹੜਾ ਬਰਸ਼ ਹੈ ਜੀ ਤੇ ਉਹਦਾ ਹੱਥਾਂ ਅਲੱਗ-ਅਲੱਗ ਹੋਣੇ ਚਾਹੀਦੇ ਨੇ। ਜਿਹੜਾ ਬਰਸ਼ ਹੈ ਉਹਦੇ ਬ੍ਰਿਸਲਸ ਕੀ ਹੋਣੇ ਚਾਹੀਦੇ ਆ, ਨਰਮ ਹੋਣੇ ਚਾਹੀਦੇ ਆ, ਤਾਂ ਹੀ ਦੰਦਾਂ ਨੂੰ ਸਾਫ਼ ਕਰਨਗੇ। ਜਿਹੜਾ ਹੱਥ ਹੈ ਉਹ ਥੋੜ੍ਹਾ ਜਿਹਾ ਸਖਤ ਹੋਏਗਾ ਤਾਂ ਹੀ ਉਸ ਨੂੰ ਪਕੜਿਆ ਜਾ ਸਕਦਾ ਹੈ। ਕੁਐਸਚਨ 12ਵਾਂ, ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ, ਇਸ ਕਥਨ ਦੀ ਸਲਾਹ ਦਿਓ। ਪਲਾਸਟਿਕ ਇੱਕ ਅਜੈਬ ਅਵਿਘਟਨਸ਼ੀਲ ਹੈ। ਅਵਿਘਟਨਸ਼ੀਲ ਉਹ ਚੀਜ਼ ਹੁੰਦੀ ਹੈ ਬੇਟਾ ਜਿਸ ਦਾ ਵਿਘਟਨ ਨਹੀਂ ਹੋ ਸਕਦਾ। ਕੋਈ ਵੀ ਕੁਦਰਤੀ ਚੀਜ਼ ਹੈ ਉਹਦਾ ਆਸਾਨੀ ਨਾਲ ਵਿਘਟਨ ਹੋ ਜਾਂਦਾ ਹੈ। ਵਿਘਟਨ ਦਾ ਮਤਲਬ ਇਹ ਹੈ, ਜਿਸ ਤਰ੍ਹਾਂ ਸਬਜ਼ੀਆਂ ਦੇ ਛਿਲਕੇ ਨੇ, ਜੇ ਅਸੀਂ ਕਿਸੇ ਜਗ੍ਹਾ 'ਤੇ ਪਏ ਨੇ, ਜੇ ਆਪਾਂ ਉਸ ਨੂੰ ਖੱਡਾ ਪੱਟ ਕੇ ਬੰਦ ਵੀ ਕਰ ਦਿੰਦੇ ਹਾਂ ਤਾਂ ਹੌਲੀ ਹੌਲੀ ਆਪਣੇ ਆਪ ਖਤਮ ਹੋ ਜਾਣਗੇ, ਸਾਨੂੰ ਉਹ ਨਹੀਂ ਦਿਖਣਗੇ। ਪਰ ਜਿਹੜਾ ਪਲਾਸਟਿਕ ਹੈ, ਜੇ ਇਹ ਸੈਂਕੜੇ ਸਾਲ ਧਰਤੀ ਦੇ ਅੰਦਰ ਪਿਆ ਵੀ ਰਹੂਗਾ ਤਾਂ ਇਹ ਇਸ ਤਰ੍ਹਾਂ ਹੀ ਪਿਆ ਰਹੂਗਾ, ਇਹ ਖਤਮ ਨਹੀਂ ਹੁੰਦਾ, ਜੋ ਕਿ ਸਾਡੇ ਲਈ ਬਹੁਤ ਹੀ ਮਾੜਾ ਹੈ। ਇਹਦੇ ਨਾਲ ਜੇ ਆਪਾਂ ਇਸ ਨੂੰ ਜਲਾਉਂਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਪ੍ਰਦੂਸ਼ਿਤ ਗੈਸਾਂ ਪੈਦਾ ਹੁੰਦੀਆਂ ਹਨ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜੋ ਵੀ ਬਹੁਤੀ ਚੰਗੀ ਗੱਲ ਨਹੀਂ ਹੈ। ਇਸ ਕਰਕੇ ਪਲਾਸਟਿਕ ਦੀ ਵਰਤੋਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਅੱਗੇ ਹੈ ਕੁਐਸਚਨ ਨੰਬਰ 13, ਕਾਲਮ ਨੂੰ ਮਿਲਾਓ। ਪਹਿਲਾ ਹੈ ਪੋਲੀਐਸਟਰ। ਪੋਲੀਐਸਟਰ ਕੀ ਹੁੰਦੇ ਨੇਗੇ? ਕੱਪੜੇ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ। ਦੂਜਾ ਜੀ ਟੈਫਲੌਨ। ਟੈਫਲੌਨ ਨਾ ਚਿਪਕਣ ਵਾਲੇ ਭੋਜਨ ਨੂੰ ਬਣਾਉਣ ਲਈ ਬਰਤਨਾਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ। ਤੁਸੀਂ ਨਾਰਮਲੀ ਸੁਣਿਆ ਹੋਊਗਾ, ਜਦੋਂ ਆਪਾਂ ਤਵਾ ਜਾਂ ਕੜਾਹੀ ਲੈਂਦੇ ਹਾਂ ਉਹਦੇ ਵਿੱਚ ਲਿਖਿਆ ਹੁੰਦਾ ਨਾਨ ਸਟਿਕ। ਅਸੀਂ ਕਹਿੰਦੇ ਹਾਂ ਹਾਂਜੀ ਸਾਨੂੰ ਨਾਨ ਸਟਿਕ ਦੇ ਦਿਓ। ਇਹ ਟੈਫਲੌਨ ਹੀ ਹੈ ਬੇਟਾ। ਟੈਫਲੌਨ ਇਹਦੇ ਨਾਨ ਸਟਿਕ ਹੁੰਦਾ ਜਿਹੜਾ ਟੈਫਲੌਨ, ਇਹਦੇ ਨਾਲ ਜਿਹੜੀ ਚੀਜ਼ ਹੁੰਦੀ ਆ ਉਹ ਨਹੀਂ ਚਿਪਕਦੀ। ਅੱਗੇ ਹੈ ਰਿਓਨ। ਲੱਕੜੀ ਦਾ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਨਾਈਲੌਨ ਕੀ ਹੈ? ਪੈਰਾਸ਼ੂਟ ਅਤੇ ਜੁਰਾਬਾਂ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕੁਐਸਚਨ ਹੈ 14ਵਾਂ, ਸੰਸ਼ਲਿਸ਼ਟ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੁਰੱਖਿਅਨ ਵਿੱਚ ਸਹਾਇਕ ਹੋ ਰਿਹਾ ਹੈ। ਕਿਉਂ? ਕੁਦਰਤੀ ਰੇਸ਼ਿਆਂ ਲਈ ਕੱਚਾ ਮਾਲ ਮੁੱਖ ਰੂਪ ਵਿੱਚ ਦਰੱਖਤਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਲਈ ਕੁਦਰਤੀ ਰੇਸ਼ਿਆਂ ਦੇ ਨਿਰਮਾਣ ਲਈ ਜੰਗਲਾਂ ਦੀ ਕਟਾਈ ਹੁੰਦੀ ਹੈ। ਪਰ ਸੰਸ਼ਲਿਸ਼ਟ ਰੇਸ਼ੇ ਪੈਟਰੋ ਰਸਾਇਣਾਂ ਤੋਂ ਬਣਦੇ ਹਨ, ਇਸ ਲਈ ਜੰਗਲਾਂ ਦੀ ਕਟਾਈ ਨਹੀਂ ਹੁੰਦੀ। ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਊਗਾ ਕਿ ਜਿਹੜੇ ਜੰਗਲ ਨੇ ਜੀ, ਜੰਗਲਾਂ ਦੇ ਸਾਡੇ ਲਈ ਬਹੁਤ ਮਹੱਤਵ ਹੈ, ਪਰ ਅਸੀਂ ਮਨੁੱਖ ਆਪਦੇ ਲਈ ਜੰਗਲਾਂ ਨੂੰ ਕੱਟ ਰਹੇ ਹਾਂ। ਸੰਸ਼ਲਿਸ਼ਟ ਰੇਸ਼ਿਆਂ ਨੂੰ ਬਣਾਉਣ ਲਈ ਸਾਨੂੰ ਕੱਟਣ ਦੀ ਲੋੜ ਨਹੀਂ ਹੈ, ਇਸ ਕਰਕੇ ਇਹ ਜੰਗਲਾਂ ਲਈ ਫਾਇਦੇਮੰਦ ਹੈ। ਇੱਕ ਪ੍ਰਦਰਸ਼ਿਤ ਕਰਨ ਲਈ ਇੱਕ ਕਿਰਿਆ ਦਾ ਵਰਣਨ ਕਰੋ ਕਿ ਥਰਮੋਪਲਾਸਟਿਕ ਬਿਜਲੀ ਦਾ ਕੁਚਾਲਕ ਹੈ। ਸਭ ਤੋਂ ਪਹਿਲਾਂ ਚਿੱਤਰ ਆ ਦੇਖੋ। ਚਿੱਤਰ ਦੇ ਵਿੱਚ ਤਾਰਾਂ ਜੁੜੀਆਂ ਹੋਈਆਂ ਨੇ, ਇਹਨੂੰ ਧਾਤਾਂ ਨੂੰ ਜੋੜੋ। ਅਸੀਂ ਵੇਖਦੇ ਹਾਂ ਕਿ ਬੱਲਬ ਕੀ ਹੋ ਜਾਊਗਾ, ਜਗਣ ਲੱਗ ਜਾਏਗਾ। ਦੇਖੋ ਧਾਤ ਦੀ ਛੜ ਲੱਗੀ ਹੈ ਤਾਂ ਉਹ ਬੱਲਬ ਜਗ ਰਿਹਾ ਹੈ। ਜੇ ਉਹੀ ਜਗ੍ਹਾ 'ਤੇ ਤੁਸੀਂ ਪਲਾਸਟਿਕ ਲਾ ਦੋਗੇ ਤਾਂ ਉਹ ਨਹੀਂ ਜਗੇਗਾ। ਇਸ ਕਰਕੇ ਪਲਾਸਟਿਕ ਕੀ ਹੈ? ਬਿਜਲੀ ਦਾ ਕੁਚਾਲਕ ਹੈ। ਇਸ ਤੋਂ ਇਲਾਵਾ 1 ਨੰਬਰ ਵਾਲੇ ਬਹੁ ਵਿਕਲਪੀ ਪ੍ਰਸ਼ਨ। ਕਈ ਬੱਚੇ ਕਹਿਣਗੇ ਕਿ ਮੈਡਮ ਵੀ ਅਸੀਂ ਉੱਪਰਲੇ ਕਰ ਲਈਏ। ਨਹੀਂ ਬੇਟਾ, ਸਾਰੇ ਕਰਨੇ ਹੈਗੇ। ਤੁਹਾਡੇ ਕੁਐਸਚਨਸ ਹੁਣ ਵਿੱਚੋਂ ਪੈਂਦੇ ਆ, ਹੁਣ ਇਕੱਲੀ ਪਿਛਲੀ ਐਕਸਰਸਾਈਜ਼ ਹੀ ਨਹੀਂ, ਸਗੋਂ ਪਾਠ ਦੇ ਵਿਚਲੇ ਕੁਐਸਚਨਸ ਵੀ ਹੁੰਦੇ ਨੇ। ਇਹਦੇ ਨਾਲ ਤੁਹਾਡਾ ਸਾਰਾ ਪਾਠ ਹੀ ਕਵਰ ਹੋ ਜਾਊਗਾ। ਧਿਆਨ ਨਾਲ ਰੀਡ ਕਰ ਲਿਓ, ਆਪਣੇ ਆਪ ਹੀ ਯਾਦ ਹੋ ਜਾਣਗੇ। ਨਵਕਿਰਨ ਨੂੰ ਅੱਜ ਸਕੂਲ ਵਿੱਚ ਕੁਦਰਤੀ ਰੇਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਨਵਕਿਰਨ ਕਿਵੇਂ ਪਤਾ ਕਰੇਗੀ ਕਿ ਦਿੱਤੇ ਹੋਏ ਰੇਸ਼ੇ ਕੁਦਰਤੀ ਹਨ? ਹਾਂਜੀ, ਕਿਵੇਂ ਪਤਾ ਕੀਤਾ ਜਾਂਦਾ ਹੈ? ਅਸੀਂ ਇਹਨਾਂ ਨੂੰ ਜਲਾ ਕੇ ਪਤਾ ਕਰਦੇ ਹਾਂ। ਜਿਹੜੇ ਕੁਦਰਤੀ ਰੇਸ਼ੇ ਨੇ ਜੀ, ਜਦੋਂ ਇਹ ਜਲਦੇ ਨੇ ਤਾਂ ਇਹ ਬੁਰੀ ਗੰਧ ਨਹੀਂ ਛੱਡਦੇ, ਜਦਕਿ ਸੰਸ਼ਲਿਸ਼ਟ ਰੇਸ਼ੇ ਜਦੋਂ ਜਲਦੇ ਹਨ ਤਾਂ ਇਹ ਪਲਾਸਟਿਕ ਵਰਗੀ ਗੰਧ ਪੈਦਾ ਕਰਦੇ ਹਨ। ਗੁਰਿੰਦਰ ਨੇ ਅੱਜ ਧਿਆਨ ਦਿੱਤਾ ਕਿ ਬਿਜਲੀ ਦੇ ਸਵਿੱਚ ਵਿੱਚ ਇੱਕ ਖਾਸ ਤਰ੍ਹਾਂ ਦੇ ਪਦਾਰਥ ਬਣੇ ਹੁੰਦੇ ਹਨ। ਉਸ ਪਦਾਰਥ ਨੂੰ ਕਿਹੜਾ ਹੈ? ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਬਿਜਲੀ ਦੇ ਸਵਿੱਚ ਵਿੱਚ ਕੀ ਹੈ? ਥਰਮੋਸਟੈਟਿਕ ਪਲਾਸਟਿਕ।
ਹਰਪ੍ਰੀਤ ਕੋਲ 2 ਕਮੀਜ਼ਾਂ ਹਨ, ਇੱਕ ਰੇਸ਼ਮੀ ਇੱਕ ਸੂਤੀ। ਪਾਉਣ ਲਈ ਉਹ ਕਿਹੜੀ ਕਮੀਜ਼ ਵੱਧ ਪਾਣੀ ਸੋਖੇਗੀ? ਹਾਂਜੀ, ਪਾਣੀ ਕਿਹੜੀ ਵੱਧ ਸੋਖਦੀ ਹੈ ਹਮੇਸ਼ਾ? ਸੂਤੀ ਕਮੀਜ਼, ਕਾਟਨ ਦੀ। ਅੱਜ ਕਲਾਸ ਵਿੱਚ ਪੜ੍ਹਾਈ ਦੌਰਾਨ ਮਨਦੀਪ ਨੂੰ ਪਤਾ ਲੱਗਾ ਕਿ ਇੱਕ ਅਜਿਹਾ ਪਲਾਸਟਿਕ ਹੈ ਜੋ ਗਰਮ ਕਰਨ 'ਤੇ ਆਪਣਾ ਰੂਪ ਬਦਲ ਲੈਂਦਾ ਹੈ। ਉਸ ਪਦਾਰਥ ਨੂੰ ਕੀ ਕਹਿੰਦੇ ਹਨ? ਥਰਮੋਪਲਾਸਟਿਕ। ਦੂਸਰਾ ਕਿਹੜਾ ਪੜ੍ਹਿਆ ਸੀ ਆਪਾਂ? ਥਰਮੋਸਟੈਟਿਕ, ਜੋ ਕਿ ਗਰਮ ਕਰਨ 'ਤੇ ਆਪਣਾ ਰੂਪ ਨਹੀਂ ਬਦਲਦਾ। ਰਵੀ ਦੀ ਮਾਂ ਪਾਣੀ ਦੇ ਲਈ ਹਮੇਸ਼ਾ ਪੇਟ ਦੀ ਬੋਤਲ ਖਰੀਦਦੀ ਹੈ। ਪੇਟ ਦੀ ਵਰਤੋਂ ਕਿਸ ਹੋਰ ਲਈ ਕੀਤੀ ਜਾਂਦੀ ਹੈ? ਬਰਤਨਾਂ ਲਈ, ਤਾਰਾਂ ਲਈ, ਫਿਲਮ ਲਈ, ਉਪਰੋਕਤ ਸਾਰੇ। ਜਿਹੜੀਆਂ ਇਹ ਬੋਤਲਾਂ ਨੇ ਜੀ, ਇਹ ਸਾਰੇ ਕੰਮਾਂ ਲਈ ਵਰਤੀਆਂ ਜਾਂਦੀਆਂ ਨੇਗੀਆਂ। ਵਰਿੰਦਰ ਨੇ ਸ਼ਹਿਰ ਵਿੱਚ ਇੱਕ ਬੋਰਡ ਵੇਖਿਆ ਜਿਸ 'ਤੇ ਪਲਾਸਟਿਕ ਮੁਕਤ ਸ਼ਹਿਰ ਲਿਖਿਆ ਹੋਇਆ ਸੀ। ਪਲਾਸਟਿਕ ਵਾਤਾਵਰਣ ਲਈ ਘਾਤਕ ਕਿਉਂ ਹੈ? ਕਿਉਂ ਸੀ ਆਪਾਂ ਉੱਪਰ ਪੜ੍ਹਿਆ ਹੈ, ਕਿਉਂਕਿ ਇਹ ਕੀ ਹੈ? ਅਵਿਘਟਨਸ਼ੀਲ ਹੈ। ਇਹ ਵਿਘਟਨ ਨਹੀਂ ਹੁੰਦਾ, ਇਹ ਉਸੇ ਦਾ ਉਸੇ ਤਰ੍ਹਾਂ ਪਿਆ ਰਹਿੰਦਾ ਹੈ। ਸੁਖਜਿੰਦਰ ਨੂੰ ਅੱਜ ਹੀ ਪਤਾ ਲੱਗਿਆ ਕਿ ਰੇਸ਼ਮ ਦੇ ਕੀੜੇ ਤੋਂ ਮਿਲਦਾ ਹੈ। ਰੇਸ਼ਮ ਦਾ ਕੀੜਾ ਕਿਸ ਦਰਖਤ ਉੱਤੇ ਪਾਲਿਆ ਜਾਂਦਾ ਹੈ? ਸਾਰਿਆਂ ਨੂੰ ਹੀ ਪਤਾ ਹੋਏਗਾ, ਕਿਹੜੇ ਦਰਖਤ ਉੱਪਰ? ਸਹਿਤੂਤ ਦੇ। ਅਮਨਦੀਪ ਦੇ ਮਾਤਾ ਅਚਾਰ ਬਣਾਉਣ ਲਈ ਪਲਾਸਟਿਕ ਦੀ ਬਰਤਨ ਵਰਤੋਂ ਵਿੱਚ ਲੈਂਦੇ ਹਨ। ਅਜਿਹਾ ਕਿਉਂ ਹੈ? ਕਿਉਂ ਕੀ ਹੁੰਦਾ ਹੈਗਾ? ਜਿਹੜਾ ਪਲਾਸਟਿਕ ਹੈ ਇਹ ਭੋਜਨ ਦੇ ਨਾਲ ਕਿਰਿਆ ਨਹੀਂ ਕਰਦਾ। ਹਾਂਜੀ, ਟਿਕ ਲਗਾਉਣਾ ਰਹਿ ਗਿਆ, ਕੋਈ ਗੱਲ ਨਹੀਂ। ਆੜਾ ਭਾਗ, ਪਲਾਸਟਿਕ ਦੇ ਬਰਤਨ ਹਵਾ ਨਾਲ ਕਿਰਿਆ ਨਹੀਂ ਕਰਦੇ। ਰਮਨਦੀਪ ਆਪਣੀ ਸਹੇਲੀ ਨੂੰ ਦੱਸਦੀ ਹੈ ਕਿ ਉਸਨੇ ਐਕ੍ਰੀਲਿਕ ਤੋਂ ਬਣਿਆ ਸਵੈਟਰ ਖਰੀਦਿਆ। ਐਕ੍ਰੀਲਿਕ ਤੋਂ ਬਣੇ ਸਵੈਟਰ ਕੁਦਰਤੀ ਰੇਸ਼ੇ ਤੋਂ ਬਣੇ ਸਵੈਟਰ ਤੋਂ ਮਹਿੰਗੇ ਹੁੰਦੇ ਹਨ ਜਾਂ ਸਸਤੇ? ਹਾਂਜੀ, ਕੁਦਰਤੀ ਚੀਜ਼ ਬੇਟਾ ਮਹਿੰਗੀ ਹੋ ਜਾਂਦੀ ਹੈ। ਜਿਹੜੇ ਇਹ ਵਾਲੇ ਹੁੰਦੇ ਨੇਗੇ ਸੰਸਲਿਸ਼ਟ ਰੇਸ਼ੇ ਹੁੰਦੇ ਨੇ, ਇਹਨਾਂ ਦੇ ਨਾਲ ਸਾਡੇ ਕੋਲ ਚੀਜ਼ ਕੀ ਬਣਦੀ ਹੈ? ਸਸਤੀ ਬਣਦੀ ਹੈ। ਤਾਂ ਕੀ ਆ ਜਾਊਗਾ? ਸਸਤੇ। ਅਲਕਾ ਨੇ ਕੁਝ ਕੱਪੜੇ ਧੋ ਕੇ ਸੁੱਕਣੇ ਪਾਏ। ਕੁਝ ਸਮੇਂ ਬਾਅਦ ਉਸਨੇ ਦੇਖਿਆ ਕਿ ਕੁਝ ਕੱਪੜੇ ਸੁੱਕ ਗਏ ਹਨ ਜਦਕਿ ਕੁਝ ਕੱਪੜੇ ਹਲੇ ਵੀ ਗਿੱਲੇ ਹਨ। ਕੁਝ ਕੱਪੜੇ ਹਜੇ ਵੀ ਗਿੱਲੇ ਕਿਉਂ ਹਨ? ਕਿਉਂਕਿ ਇਹ ਕਿਸ ਕੱਪੜੇ ਦੇ ਨੇ? ਸੂਤੀ ਕੱਪੜੇ। ਸੂਤੀ ਕੱਪੜੇ ਆਪਣੇ ਵਿੱਚ ਪਾਣੀ ਸੋਖ ਕੇ ਰੱਖਦੇ ਹਨ। ਅਧਿਆਪਕ ਨੇ ਜਮਾਤ ਵਿੱਚ ਦੱਸਿਆ। ਵੱਖ-ਵੱਖ ਤਰ੍ਹਾਂ ਦੇ ਕੁਦਰਤੀ ਅਤੇ ਬਨਾਵਟੀ ਰੇਸ਼ਿਆਂ ਬਾਰੇ ਜਾਣਕਾਰੀ ਦੇਣ ਉਪਰੰਤ ਪੁੱਛਿਆ ਗਿਆ ਕਿ ਸਭ ਤੋਂ ਮਜ਼ਬੂਤ ਬਨਾਵਟੀ ਰੇਸ਼ਾ ਕਿਹੜਾ ਹੈ? ਨਾਈਲੌਨ। ਬਲਕਰਨ ਨੇ ਕੁਦਰਤੀ ਅਤੇ ਬਨਾਵਟੀ ਰੇਸ਼ਿਆਂ ਦੀ ਪਰਖ ਕਰਦੇ ਸਮੇਂ ਅਧਿਆਪਕ ਵੱਲੋਂ ਦਿੱਤੇ ਹੋਏ ਰੇਸ਼ੇ ਦੇ ਨਮੂਨੇ ਨੂੰ ਜਦ ਅੱਗ ਲਾ ਕੇ ਦੇਖਿਆ ਤਾਂ ਨਮੂਨਾ ਹੌਲੀ-ਹੌਲੀ ਜਲਣ ਤੋਂ ਬਾਅਦ ਸੁੰਗੜ ਕੇ ਇੱਕ ਠੋਸ ਗੋਲਾ ਬਣ ਗਿਆ। ਇਹ ਰੇਸ਼ਾ ਕਿਹੜਾ ਹੈ? ਜਦੋਂ ਕੋਈ ਵੀ ਚੀਜ਼ ਜਲ ਕੇ ਇੱਕ ਠੋਸ ਗੋਲਾ ਬਣ ਜੇ ਤਾਂ ਉਹ ਕੀ ਹੋਏਗਾ? ਨਾਈਲੌਨ ਹੋਏਗਾ। ਅੱਜ ਅਧਿਆਪਕ ਨੇ ਨਾਈਲਾਨ ਬਾਰੇ ਦੱਸਿਆ। ਨਾਈਲਾਨ ਦੀ ਵਰਤੋਂ ਕੀ ਬਣਾਉਣ ਵਿੱਚ ਹੁੰਦੀ ਹੈ? ਜੁਰਾਬਾਂ, ਰੱਸੇ, ਤੰਬੂ, ਸਾਰੇ ਨਾਈਲੌਨ ਅਸੀਂ ਸਾਰਿਆਂ ਵਿੱਚ ਵਰਤਦੇ ਹਾਂ। ਟੈਰੀਲੌਨ ਕਿਸ ਦੀ ਉਦਾਹਰਨ ਹੈ? ਟੈਰੀਲੌਨ ਕੀ ਹੈ? ਇੱਕ ਪੋਲੀਐਸਟਰ। ਅਧਿਆਪਕ ਨੇ ਦੱਸਿਆ ਜਦ ਛੋਟੀਆਂ-ਛੋਟੀਆਂ ਇਕਾਈਆਂ ਆਪਸ ਵਿੱਚ ਬੰਧਨ ਬਣਾਉਂਦੀਆਂ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ? ਜਦੋਂ ਛੋਟੀਆਂ-ਛੋਟੀਆਂ ਚੀਜ਼ਾਂ ਆਪਸ 'ਚ ਜੁੜਦੀਆਂ ਨੇ ਤਾਂ ਇਹ ਕੀ ਬਣ ਜਾਂਦਾ ਬੇਟਾ? ਬੋਲਕ ਬਣ ਜਾਂਦਾ। ਉਹ ਕਿਹੜਾ ਰੇਸ਼ਾ ਹੈ ਜਿਸ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ? ਸੌਫਟ ਹੁੰਦਾ ਜਿਹੜਾ, ਉਹ ਹੁੰਦਾ ਰੇਯੋਨ। ਨਵਕਿਰਨ ਨੇ ਦੇਖਿਆ ਮੈਲਾਮਾਈਨ ਇੱਕ ਡੈਸ਼ ਹੈ, ਪਲਾਸਟਿਕ ਹੈ। ਇਹ ਹੁੰਦਾ ਹੈ ਥਰਮੋਪਲਾਸਟਿਕ। ਥਰਮੋਪਲਾਸਟਿਕ ਹੁੰਦਾ ਹੈ ਜਿਹਨੂੰ ਆਸਾਨੀ ਨਾਲ ਗਰਮ ਕੀਤਾ ਜਾ ਸਕਦਾ ਹੈ। ਸਰਬਜੀਤ ਨੇ ਗਰਮੀਆਂ ਦੀ ਰੁੱਤ ਵਿੱਚ ਪਹਿਨਣ ਲਈ ਕੁਝ ਕਮੀਜ਼ਾਂ ਖਰੀਦੀਆਂ ਹਨ। ਤੁਸੀਂ ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਕਮੀਜ਼ਾਂ ਖਰੀਦਣ ਦੀ ਸਲਾਹ ਦਿਓਗੇ? ਗਰਮੀਆਂ 'ਚ ਕਿਹੜੀਆਂ ਕਮੀਜ਼ਾਂ ਲਈ ਕਵਾਂਗੇ ਆਪਾਂ? ਸੂਤੀ। ਮੀਰਾ ਦੀ ਮਾਂ ਨੇ ਦੱਸਿਆ ਕਿ ਖਾਣਾ ਬਣਾਉਣ ਦੇ ਸਮੇਂ ਸੰਸਲਿਸ਼ਟ ਰੇਸ਼ਿਆਂ ਤੋਂ ਬਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਕਿਉਂ ਨਹੀਂ ਪਹਿਨਣੇ ਚਾਹੀਦੇ ਸੰਸਲਿਸ਼ਟ ਰੇਸ਼ਿਆਂ ਵਾਲੇ ਕੱਪੜੇ? ਇਹਨਾਂ ਨੂੰ ਅੱਗ ਕੋਲ ਪਹਿਨਣਾ ਕੀ ਹੁੰਦਾ ਹੈ? ਖਤਰਨਾਕ, ਕਿਉਂਕਿ ਇਹਨਾਂ ਨੂੰ ਜਿਹੜੀ ਅੱਗ ਹੈ ਬਹੁਤ ਹੀ ਛੇਤੀ ਫੜ ਲੈਂਦੀ ਹੈ। ਅਧਿਆਪਕ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸਾਫ਼ ਰੱਖਣ ਲਈ, ਸਵੱਛ ਰੱਖਣ ਲਈ ਡੈਸ਼ ਦਾ ਸਿਧਾਂਤ ਦਿੱਤਾ। ਕਿਹੜਾ ਸਿਧਾਂਤ? 3R। ਕੀ ਹੁੰਦਾ ਇਹ? 3R ਹੁੰਦਾ ਹੈ, ਇਹਦੇ ਵਿੱਚ ਹੁੰਦਾ ਹੈ ਪਹਿਲਾਂ ਤਾਂ ਪੁਨਰ ਵਰਤੋਂ, ਫਿਰ ਕਿਸੇ ਵੀ ਚੀਜ਼ ਨੂੰ ਦੁਬਾਰਾ ਉਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ,
ਰੀਸਾਈਕਲ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਆਪਣੇ ਕੋਲ 3 ਆਰ ਸਿਧਾਂਤ ਹੁੰਦੇ ਨੇ। ਇਹ ਤਿੰਨਾਂ ਆਰ ਨੂੰ ਵਿੱਚ ਜਿਨ੍ਹਾਂ ਵਿੱਚ ਹਰ ਇੱਕ ਚੀਜ਼ ਪੁਨਰ ਹੁੰਦੀ ਹੈ, ਦੁਬਾਰਾ ਕੀਤੀ ਜਾਂਦੀ ਹੈ। ਇਹ 3 ਆਰ ਦਾ ਸਿਧਾਂਤ ਹੁੰਦਾ ਹੈ। ਕਿਹੜਾ ਸੰਸਲਿਸ਼ਟ ਰੇਸ਼ਾ ਬਨਾਵਟੀ ਰੇਸ਼ਿਆਂ ਦੇ ਨਾਲ ਆਮ ਨਾਮ ਨਾਲ ਜਾਣਿਆ ਜਾਂਦਾ ਹੈ? ਇਹ ਹੁੰਦਾ ਹੈ ਰਿਓਨ ਦਾ ਰੇਸ਼ਾ। ਇਹ ਬਨਾਵਟੀ ਰੇਸ਼ਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਨਦੀਪ ਨੂੰ ਅੱਜ ਪਾਠ ਪੜ੍ਹ ਕੇ ਪਤਾ ਚੱਲਿਆ ਕਿ ਕਪਾਹ ਵੀ ਇੱਕ ਬੋਲਕ ਹੈ ਜਿਸ ਨੂੰ ਸੈਲੂਲੋਜ ਕਿਹਾ ਜਾਂਦਾ ਹੈ। ਸੈਲੂਲੋਜ ਕਿਹੜੀਆਂ ਛੋਟੀਆਂ ਇਕਾਈਆਂ ਤੋਂ ਬਣਿਆ ਹੁੰਦਾ ਹੈ? ਸੈਲੂਲੋਜ ਬਣਿਆ ਹੁੰਦਾ ਹੈ ਗਲੂਕੋਜ਼ ਤੋਂ। ਪ੍ਰਭ ਸਿਮਰਨ ਨੂੰ ਉਸਦੇ ਅਧਿਆਪਕ ਤੋਂ ਪਤਾ ਲੱਗਿਆ ਕਿ ਨਾਇਲੋਨ ਇੱਕ ਮਾਨਵ ਨਿਰਮਿਤ ਰੇਸ਼ਾ ਹੈ ਜਿਸ ਤੋਂ ਬਿਨਾਂ ਕਿਸੇ ਵੀ ਕੁਦਰਤੀ ਕੱਚੇ ਮਾਲ 'ਤੇ ਬਣਾਇਆ ਗਿਆ ਹੈ। ਇਸ ਦਾ ਨਿਰਮਾਣ ਕਿਹੜੇ ਪਦਾਰਥ ਤੋਂ ਕੀਤਾ ਜਾਂਦਾ ਹੈ? ਇਸ ਦਾ ਪਦਾਰਥ ਕੀਤਾ ਜਾਂਦਾ ਹੈ ਕੋਲਾ ਅਤੇ ਪੈਟਰੋਲੀਅਮ ਤੋਂ। ਨਾਇਲੋਨ ਕਾਹਤੋਂ ਬਣਦਾ ਬੇਟਾ? ਕੋਲਾ ਅਤੇ ਪੈਟਰੋਲੀਅਮ ਤੋਂ। ਸਾਰੇ ਸੰਸਲਿਸ਼ਟ ਰੇਸ਼ੇ ਇੱਕ ਖਾਸ ਤਰ੍ਹਾਂ ਦੇ ਕੱਚੇ ਮਾਲ ਜਿਸ ਨੂੰ ਡੈਸ਼ ਕਹਿੰਦੇ ਹਨ ਕਈ ਪ੍ਰਕਰਮਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ। ਸੰਸਲਿਸ਼ਟ ਰੇਸ਼ਿਆਂ ਨੂੰ ਅਸੀਂ ਕਰਦੇ ਹਾਂ ਪੈਟਰੋਸਾਈਨ ਦੁਆਰਾ ਤਿਆਰ ਕਰਦੇ ਹਾਂ। ਅਵਨੀਤ ਨੂੰ ਅੱਜ ਇਹ ਪਾਠ ਪੜ੍ਹ ਕੇ ਪਤਾ ਚੱਲਿਆ ਕਿ ਪਲਾਸਟਿਕ ਵੀ ਇੱਕ ਬੋਲਕ ਹੈ ਜਿਸ ਵਿੱਚ ਇਕਾਈਆਂ ਦੀ ਵਿਵਸਥਾ ਕਈਆਂ ਵਿੱਚ ਰੇਖੀ ਅਤੇ ਕਈਆਂ ਵਿੱਚ ਡੈਸ਼ ਹੁੰਦੀ ਹੈ। ਇਹ ਹੁੰਦੀ ਹੈ ਕਸਾਰਬੱਧ। ਕਈਆਂ 'ਚ ਸਿੱਧੀ ਹੁੰਦੀ ਹੈ ਅਤੇ ਕਈਆਂ ਦੇ ਵਿੱਚ ਪੈਰਲਰ ਹੁੰਦੀ ਹੈ। ਉਸ ਤਰ੍ਹਾਂ ਦੀ ਇਹ ਕੀ ਹੁੰਦੀ ਹੈ? ਰੇਸ਼ੇ ਹੁੰਦੇ ਹਨ। ਮਾਈਕ੍ਰੋਵੇਵ ਓਵਨ ਵਿੱਚ ਭੋਜਨ ਪਕਾਉਣ ਲਈ ਵਿਸ਼ੇਸ਼ ਪਲਾਸਟਿਕ ਬਰਤਨ ਵਰਤੋਂ ਵਿੱਚ ਲਿਆਏ ਜਾਂਦੇ ਹਨ। ਅਜਿਹਾ ਕਿਉਂ ਹੈ? ਵਿਸ਼ੇਸ਼ ਪਲਾਸਟਿਕ ਮਾਈਕ੍ਰੋਵੇਵ ਦੀ ਗਰਮੀ ਨਾਲ ਪ੍ਰਭਾਵਿਤ ਨਹੀਂ ਹੁੰਦੇ, ਇਸ ਕਰਕੇ ਅਸੀਂ ਉਹਨਾਂ ਦੀ ਵਰਤੋਂ ਕਰਦੇ ਹਾਂ। ਪਲਾਸਟਿਕ ਦੀ ਵਰਤੋਂ ਕਿਉਂ ਘੱਟ ਕਰਨੀ ਚਾਹੀਦੀ ਹੈ? ਜੈਵ ਘਟਨਸ਼ੀਲ ਹੋਣ ਕਰਕੇ, ਵਾਤਾਵਰਨ ਨੂੰ ਹਾਨੀਕਾਰਕ ਹੋਣ ਕਰਕੇ। 2 ਹੀ ਕਾਰਨ ਨੇ ਜੀ, ਇਸ ਕਰਕੇ ਆਪਾਂ ਪਲਾਸਟਿਕ ਦੀ ਵਰਤੋਂ ਨਹੀਂ ਕਰਦੇ। ਅੱਜ ਕੱਲ੍ਹ ਅਸੀਂ ਮਾਰਕੀਟ ਤੋਂ ਸਮਾਨ ਲੈ ਕੇ ਘਰ ਆਉਣ ਲਈ ਕੱਪੜੇ ਜਾਂ ਕਾਗਜ਼ ਦੇ ਬਣੇ ਥੈਲਿਆਂ ਦੀ ਵਰਤੋਂ ਉਤਸ਼ਾਹਿਤ ਕਰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ? ਇਹ ਕੀ ਨੇ? ਜੈਵ ਅਵਘਟਨਸ਼ੀਲ, ਪਹਿਲਾਂ ਹੀ ਦੱਸ ਚੁੱਕੇ ਹਾਂ, ਪਲਾਸਟਿਕ ਗਲਦਾ ਨਹੀਂ। ਅਧਿਆਪਕ ਨੇ ਧਰਮਿੰਦਰ ਨੂੰ ਦੱਸਿਆ ਇੱਕ ਅਜਿਹਾ ਬਨਾਵਟੀ ਰੇਸ਼ਾ ਵੀ ਹੈ ਜਿਸ ਨੂੰ ਨਵਿਆਉਣਯੋਗ ਸਰੋਤ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਉਹ ਰੇਸ਼ਾ ਕਿਹੜਾ ਹੈ? ਰਿਓਨ। ਇਸ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਨਰੇਸ਼ ਪਹਾੜ ਦੀ ਚੜ੍ਹਾਈ ਕਰਨਾ ਚਾਹੁੰਦਾ ਹੈ, ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਰੱਸੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ? ਨਾਇਲੋਨ ਦੀ ਰੱਸੀ, ਕਿਉਂਕਿ ਇਹ ਕੀ ਹੁੰਦੀ ਹੈ? ਮਜ਼ਬੂਤ ਹੁੰਦੀ ਹੈ, ਇਸ ਲਈ ਉਸਨੂੰ ਇਸ ਰੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸਾਰੇ ਕੁਐਸਚਨਸ ਬੇਟਾ ਯਾਦ ਕਰਕੇ ਕਾਪੀ 'ਤੇ ਲਿਖ ਲਿਓ ਅਤੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਤੁਹਾਡੇ ਯਾਦ ਹੋ ਜਾਣਗੇ। ਥੈਂਕ ਯੂ ਬੇਟਾ।